वेलकम टू रेस अकेडमी ऑफिशियल। सत श्री अकाल साਰਿਆਂ ਨੂੰ नमस्ते आदाब। मेरा नाम है फनकार ਤੇ रेस अकेडमी ਤੇ ਤੁਹਾਡਾ ਸਵਾਗਤ ਹੈ। सो ਨਵੇਂ ਪੁਰਾਣੇ ਜੋ ਵੀ ਨੇ, ਜੇਕਰ ਤੁਸੀਂ ਹਜੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਸੋ ਅੱਜ ਦਾ ਦਿਨ ਮੇਰੇ ਲਈ ਇੰਨਾ ਕਿ ਖੁਸ਼ੀ ਵਾਲਾ ਕਿ ਮੈਂ ਇਸ ਦਿਨ ਦੀ ਵੇਟ ਪਿਛਲੇ 2.5 ਸਾਲਾਂ ਤੋਂ ਕਰ ਰਿਹਾ, 2-2.5 ਸਾਲਾਂ ਤੋਂ ਕਰ ਰਿਹਾ। ਸੋ ਬੇਸਿਕਲੀ ਆ ਤੁਹਾਨੂੰ ਬੁੱਕਸ ਦਿਸ ਰਹੀਆਂ ਹੈਗੀਆਂ, ਮੈਥਸ ਯੂਨੀਵਰਸ, ਰੀਜ਼ਨਿੰਗ ਯੂਨੀਵਰਸ, ਜਨਰਲ ਨੌਲੇਜ ਯੂਨੀਵਰਸ, ਇੰਗਲਿਸ਼ ਯੂਨੀਵਰਸ। ਇਹ ਕਿਤਾਬਾਂ ਮੈਂ ਲੈ ਕੇ ਆ ਰਿਹਾ ਤੁਹਾਡੇ ਵਾਸਤੇ। ਸੋ ਇਹ ਮੇਰੇ ਲਈ ਬਹੁਤ ਹੀ ਵੱਡਾ ਦਿਨ ਹੈ ਕਿਉਂਕਿ ਮੇਰੀ ਮਿਹਨਤ ਜਿਹੜੀ ਲੱਗੀ ਹੈ ਇਸ ਬੁੱਕ ਨੂੰ, ਇਹਨਾਂ ਬੁੱਕਸ ਨੂੰ ਬਣਾਉਣ ਦੇ ਵਿੱਚ, ਉਹ ਤੁਸੀਂ ਸੋਚ ਹੀ ਨਹੀਂ ਸਕਦੇ। ਕਿਉਂਕਿ ਪਿਛਲੇ 3 ਸਾਲਾਂ ਤੋਂ ਜੋ ਮੇਰਾ ਕੰਟੈਂਟ ਸੀ, ਜਿਵੇਂ ਮੈਂ ਜੋ ਪੜ੍ਹਾਇਆ ਜਾਂ ਜੋ ਆਪਣਾ ਕੰਟੈਂਟ ਤਿਆਰ ਕੀਤਾ, ਇਹਨਾਂ ਬੁੱਕਸ ਦੇ ਵਿੱਚ ਸਾਰਾ ਦਰਜ ਕੀਤਾ ਗਿਆ। ਜਿੰਨਾ ਕੁ ਵਧੀਆ ਢੰਗ ਦੇ ਨਾਲ ਤੁਹਾਨੂੰ ਪੜ੍ਹਾਇਆ ਗਿਆ ਮੇਰੇ ਦੁਆਰਾ, ਚਾਹੇ ਤੁਸੀਂ ਕਿਸੇ ਵੀ ਪਲੇਟਫਾਰਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਹੋ, ਕਦੋਂ ਦੇ ਵੀ ਜੁੜੇ ਹੋਏ ਹੋ। ਸੋ ਬੇਸਿਕਲੀ ਕਾਫੀ ਸਟੂਡੈਂਟਸ ਆ ਜਿਹੜੇ ਮੈਨੂੰ ਡਾਇਰੈਕਟਲੀ ਜਿਹੜੇ ਜਾਣਦੇ ਹੀ ਆ, ਬਟ ਹਾਂ ਠੀਕ ਹੈ। ਤੇ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਮੈਨੂੰ ਮਿਲੇ ਹੋ ਤਾਂ ਦੇਖਿਆ, ਤਾਂ ਕਹਿਣ ਦਾ ਮਤਲਬ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਸੋਰਸ ਮੈਂ ਤਿਆਰ ਕਰਕੇ ਲੈ ਕੇ ਆਇਆ ਜਿਹੜਾ ਕਿ ਤੁਹਾਨੂੰ ਪੰਜਾਬ ਨਹੀਂ, ਸਿਰਫ ਪੰਜਾਬ ਨਹੀਂ, ਸੈਂਟਰ ਲੈਵਲ ਦੇ ਐਗਜ਼ਾਮ ਵੀ ਤੁਹਾਡੇ ਜਿਹੜੇ ਹੈਗੇ ਆ, ਚਾਹੇ ਉਹ ਨਿਊ ਐਜੂਕੇਸ਼ਨ ਜਿਹੜੀ ਪਾਲਿਸੀ ਤੁਹਾਨੂੰ ਪਤਾ 2021 ਦੇ ਵਿੱਚ ਲੱਗਣੀ ਆ, ਸੋ ਐਡਵਾਂਸ ਤੇ ਆਪਾਂ ਇਹ ਚੀਜ਼ ਨੂੰ ਕੰਮ ਕੀਤਾਗਾ। ਸੋ ਐਡਵਾਂਸ ਦੇ ਵਿੱਚ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆਇਆ, ਯਾਨੀ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠੋਗੇ ਤੁਹਾਨੂੰ ਇਹ ਜਿਹੜੀਆਂ ਬੁੱਕਸ ਸਹਾਈ ਹੋਣਗੀਆਂ। ਸੋ ਇਹ ਮੇਰੇ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਕਿਉਂਕਿ ਮਿਹਨਤ ਨੂੰ ਰੰਗ ਲੱਗਦੇ ਜ਼ਰੂਰ ਆ, ਪਰ ਸਬਰ ਜਿਹੜਾ ਕਰਨਾ ਪੈਂਦਾ ਉਹ ਬਹੁਤ ਜ਼ਿਆਦਾ ਹੁੰਦਾ। ਇਹ ਮੈਂ ਮੰਨਦਾ ਕਿ ਸਬਰ ਦਾ ਫਲ ਮਿੱਠਾ ਹੁੰਦਾ, ਜਿਹੜਾ ਕਿ ਮੈਨੂੰ ਅੱਜ ਮਿੱਠਾ ਲੱਗ ਵੀ ਰਿਹਾ ਹੈਗਾ। ਤੇ ਮੇਰੀ ਯਾਦ ਹੈ ਕਿ ਜਦੋਂ ਪਿਛਲੇ 2 ਸਾਲਾਂ ਦੀ ਗੱਲ ਹੈ, ਜਦੋਂ ਮੈਂ ਕੋਰਸਿਸ ਵਗੈਰਾ, ਬੈਚ ਵਗੈਰਾ ਲਾਂਚ ਕਰਦਾ ਹੁੰਦਾ ਸੀ, ਤਾਂ ਉਦੋਂ ਮੈਨੂੰ ਸਟੂਡੈਂਟਸ ਆ ਜਿਹੜੇ ਪੁੱਛਦੇ ਹੁੰਦੇ ਸੀ, ਸਰ ਥੋੜੀ ਬੁੱਕਸ ਆਈ ਨਹੀਂ। ਮੈਂ ਕਹਿ ਦੇਣਾ 2 ਮਹੀਨੇ ਨੂੰ ਆ ਜਾਊਗੀ, 3 ਮਹੀਨੇ ਨੂੰ ਆ ਜਾਊਗੀ। ਉਹ 2-2, 3-3 ਮਹੀਨੇ ਉਹਨਾਂ ਰਾਤਾਂ ਨੂੰ ਜਾਗ ਕੇ ਕੰਟੈਂਟ ਤਿਆਰ ਕਰਨਾ, ਬਹੁਤ ਕੁਝ, ਯਾਨੀ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਯਾਰ 18-18 ਘੰਟੇ, 19-19 ਘੰਟੇ ਕੰਮ ਕਰਨਾ, ਬਹੁਤ ਐਫਰਟ ਕਰਨੇ ਪੈਂਦੇ ਇਹਨਾਂ ਚੀਜ਼ਾਂ ਵਾਸਤੇ। ਸੋ ਫਾਈਨਲੀ ਮੇਰੀਆਂ ਜਿਹੜੀਆਂ ਬੁੱਕਸ ਆ ਉਹ ਬਣ ਚੁੱਕੀਆਂ। ਸੋ ਇਹ ਮੈਂ ਮਾਰਕੀਟ ਦੇ ਵਿੱਚ ਜਾਂ ਡਿਜੀਟਲ ਫਾਰਮ, ਜਿਹਨੂੰ ਆਪਾਂ ਈ ਬੁੱਕ ਕਹਿ ਦਿੰਦੇ ਆ, ਇਹ ਜਲਦੀ ਹੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਊਂਗਾ। ਮਾਰਕੀਟ ਦੇ ਵਿੱਚ ਥੋੜਾ ਜਿਹਾ ਹਜੇ ਟਾਈਮ ਲੱਗ ਜੂ ਕਿਉਂਕਿ ਉਹਦੇ ਵਿੱਚ ਵੀ ਹਜੇ ਥੋੜੇ ਜਿਹੇ ਅਫੀਸ਼ੀਅਲ ਕੰਮ ਕਰਨੇ ਪੈਂਦੇ ਆ। ਈ ਬੁੱਕਸ ਆ ਜਿਹੜੀਆਂ ਤੁਹਾਨੂੰ ਆਪਣੀ ਰੇਸ ਅਕੈਡਮੀ ਅਫੀਸ਼ੀਅਲ ਐਪ ਤੇ ਮਿਲਣ ਲੱਗ ਜਾਣਗੀਆਂ, ਉਹਦੇ ਬਾਰੇ ਵੀ ਜਿਹੜੀ ਮੈਂ ਚਰਚਾ ਕਰ ਦਾਂਗਾ ਇੱਥੇ। ਸੋ ਇਹ ਮੇਰੇ ਵਾਸਤੇ ਬਹੁਤ ਵੱਡਾ ਦਿਨ ਹੈ ਤੇ ਇਸ ਦਿਨ ਤੁਹਾਡੇ ਵਾਸਤੇ ਇੱਕ ਡਿਸਕਾਊਂਟ ਲੈ ਕੇ ਆਇਆ ਮੈਂ। ਇੱਕ ਬਿਗ ਆਫਰ ਹੈ ਜਿਹੜੀ ਕਿ ਇਸ ਖੁਸ਼ੀ ਨੂੰ ਸਾਂਝੀ ਕਰ ਰਹੀ ਹੈ ਉਹ ਆਫਰ, ਤੇ ਉਹ ਆਫਰ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸਹਾਈ ਹੋਊਗੀ, ਰਾਈਟ ਹੈ। ਹੁਣ ਮੈਂ ਉਹਦੀ ਗੱਲ ਕਰਦਾ ਜਿਹੜੀ ਤੁਸੀਂ ਥੰਬਨੇਲ ਦੇ ਵਿੱਚ ਦੇਖ ਕੇ ਆਏ ਹੋ ਕਿ ਡਿਸਕਾਊਂਟ ਆਫਰ ਹੈ ਜਿਹੜਾ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਨਾ ਹੈਗਾ। ਕੀ ਕੁਛ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਾਂਗਾ, ਰਾਈਟ ਹੈ। ਸੋ ਪਹਿਲਾਂ ਮੈਂ ਤੁਹਾਨੂੰ ਇੱਕ ਝਲਕ ਆ ਜਿਹੜੀ ਉਹ ਬੁੱਕਸ ਦੀ ਦਿਖਾਉਣਾ ਚਾਹਣਾਗਾ। ਮੇਰੀ ਖੁਸ਼ੀ ਦੇ ਵਿੱਚ ਜੇਕਰ ਤੁਸੀਂ ਸ਼ਾਮਿਲ ਹੋਵੋਗੇ ਤਾਂ ਮੇਰੇ ਹਿਸਾਬ ਨਾਲ ਇਸ ਤੋਂ ਵੱਡੀ ਖੁਸ਼ੀ ਮੇਰੇ ਲਈ ਕੋਈ ਹੋ ਨਹੀਂ ਸਕਦੀ, ਰਾਈਟ। ਸੋ ਮੈਂ ਬੁੱਕ ਦੀ ਤੁਹਾਨੂੰ ਥੋੜੀ ਜਿਹੀ ਝਲਕ ਦਿਖਾਉਣਾ ਜੇਕਰ ਤੁਸੀਂ ਬੁੱਕਸ ਵਗੈਰਾ ਦੇਖਣਾ ਚਾਹੁੰਦੇ ਹੋ। ਸੋ ਬੁੱਕਸ ਦੀ ਪਹਿਲੀ ਝਲਕ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ। ਸੋ ਆਹ ਪਿਆ ਆਪਣਾ ਫੋਲਡਰ, ਆ ਇੰਗਲਿਸ਼ ਹੋ ਗਈ, ਜੀਕੇ ਹੋ ਗਈ, ਮੈਥ ਹੋ ਗਿਆ, ਰੀਜ਼ਨਿੰਗ ਹੋ ਗਈ। ਸੋ ਜਿਹੜੀ ਵੀ ਤੁਸੀਂ ਦੇਖਣਾ ਚਾਹੋ, ਜੇਕਰ ਆਪਾਂ ਸ਼ੁਰੂਆਤ ਕਰੀਏ ਜੀਕੇ ਤੋਂ, ਚਲੋ ਆ ਜੀਕੇ ਦੇ ਜਿਹੜੇ ਤੁਹਾਡੇ ਅਲੱਗ-ਅਲੱਗ ਪੋਰਸ਼ਨ ਹੁੰਦੇ ਆ, ਜਿਵੇਂ ਕਿ ਹਿਸਟਰੀ ਆ, ਇੰਡੀਅਨ ਪੋਲਿਟੀ ਆ, ਜਿਓਗ੍ਰਾਫੀ ਆ, ਫਿਜ਼ਿਕਸ ਹੋ ਗਿਆ, ਕੈਮਿਸਟਰੀ ਹੋ ਗਿਆ, ਬਾਇਓਲੋਜੀ ਹੋ ਗਿਆ, ਇਕੋਨੋਮਿਕਸ ਹੋ ਗਿਆ, ਕੰਪਿਊਟਰ ਹੋ ਗਿਆ। ਸੋ ਇਹ GS ਦੇ ਪੋਰਸ਼ਨ ਦੇ ਵਿੱਚ ਆਉਂਦੇ ਸਾਰੇ। ਸੋ ਬੇਸਿਕਲੀ ਐਵੇਂ ਤੁਹਾਨੂੰ ਪਹਿਲਾਂ, ਜੇਕਰ ਮੈਂ ਬੁੱਕ ਨੂੰ ਓਪਨ ਕਰਾਂ, ਹਾਲਾਂਕਿ ਮੈਂ ਅਫੀਸ਼ੀਅਲੀ ਤੁਹਾਨੂੰ ਬੁੱਕ ਆ ਜਿਹੜੀ ਮੈਂ ਐਪਲੀਕੇਸ਼ਨ ਦੇ ਵਿੱਚ ਦਿਖਾਉਣਾ ਚਾਹੂੰਗਾ। ਆ ਆਪਣੀ ਬੁੱਕ ਦਾ ਕਵਰ ਪੇਜ ਆ ਜੇਕਰ ਤੁਸੀਂ ਦੇਖ ਰਹੇ ਹੋਵੋਗੇ, ਰਾਈਟ ਆ। ਤਾਂ ਉਹੀ ਗੱਲ ਆ ਗਈ, ਦੇਖੋ ਆ ਆਈਡੀਅਲ ਫॉर ਬੈਂਕ, PO, SBI, PO, IBPS, ਰੇਲਵੇ, SSC, CGL, CPO, CHSL, MTS, ਜੋ ਵੀ ਆ, ਜਿੱਥੇ ਵੀ ਤੁਹਾਨੂੰ ਮਾੜੀ ਮੋਟੀ ਕਿਤੇ ਨਾ ਕਿਤੇ, ਯਾਨੀ ਕਿ ਤੁਸੀਂ ਇਹ ਕਹਿ ਲਓ ਵੀ ਪੇਪਰ ਦੇਣ ਦੀ ਕੋਸ਼ਿਸ਼ ਕਰਦੇ ਹੋ, ਉੱਥੇ ਤੁਹਾਨੂੰ ਇਹ ਸਭ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਬਣਨਗੀਆਂ। ਸੋ ਚੈਪਟਰ ਪਹਿਲਾ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈਗਾ, ਹਿਸਟਰੀ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ, ਰਾਈਟ। ਸੋ ਇਹ ਤੁਹਾਨੂੰ ਪਹਿਲਾਂ ਥਿਊਰੀ ਮਿਲ ਰਹੀ ਹੈ, ਦੇਖੋ ਆ ਸਾਰੀ ਹਿਸਟਰੀ ਦੀ ਥਿਊਰੀ ਹੈ। ਤੁਹਾਨੂੰ ਪਹਿਲਾਂ ਥਿਊਰੀ ਮਿਲੇਗੀ, ਠੀਕ ਹੈ। ਸੋ ਥਿਊਰੀ ਤੋਂ ਬਾਅਦ ਐਟ ਦਾ ਐਂਡ, ਯਾਨੀ ਕਿ ਉਸ ਤੋਂ ਬਾਅਦ ਤੁਹਾਨੂੰ 1 ਲਾਈਨਰ ਮਿਲਣਗੇ। ਜਦੋਂ ਤੁਹਾਡੀ ਜਿਹੜੀ ਥਿਊਰੀ ਕੰਪਲੀਟ ਹੋ ਗਈ ਨਾ, ਮੰਨ ਲਓ ਤੁਸੀਂ ਸਾਰਾ ਕੁਝ ਪੜ੍ਹ ਲਿਆ, ਜਿਵੇਂ ਜੈਨਿਜ਼ਮ ਬਾਰੇ ਪੜ੍ਹ ਰਹੇ ਹੋ, ਬੁੱਧਿਜ਼ਮ ਬਾਰੇ ਪੜ੍ਹ ਰਹੇ ਹੋ, ਬੁੱਧਿਸਟ ਕਾਉਂਸਿਲਸ ਵਗੈਰਾ ਹੋ ਗਈਆਂ, ਠੀਕ ਹੈ ਨਾ, ਤਾਂ ਡਾਕਟਰਾਈਨ ਆਫ ਬੁੱਧਾ ਹੋ ਗਿਆ,
ਆ देखो परशियन इन्वेजन हो गए, ਤੁਹਾਡੇ ਹਮਲੇ ਹੋ ਗਏ, ਇਫੈਕਟ ਆਫ ਦ ਇਨਵੇਜਨ। ਸੋ ਬੇਸਿਕਲੀ ਇਹ ਮੇਰੀ ਬੁੱਕ ਆ ਜਿਹੜੀ, ਤੁਸੀਂ ਬਸ ਇਹ ਸੋਚੋ ਕਿ ਇਸ ਤੇ ਮਿਹਨਤ ਕਿੰਨੀ ਜ਼ਿਆਦਾ ਲੱਗੀ ਹੋਗੀ ਆ। ਦੇਖੋ ਕੱਲੇ ਕੱਲੇ ਨੂੰ ਸਮਝਾ ਰੱਖਿਆ, ਸ੍ਰੀ ਗੁਪਤਾ ਬਾਰੇ, ਚੰद्रगुप्ता ਬਾਰੇ, ਸਮੁੰਦਰਗੁਪਤਾ ਬਾਰੇ, ਚੰद्रगुप्ता II ਬਾਰੇ, ਲੈਂਗੁਏਜ ਐਂਡ ਲਿਟਰੇਚਰ ਬਾਰੇ, ਕੁਮਾਰਗੁਪਤਾ ਬਾਰੇ, ਸਕੰਦਗੁਪਤਾ ਬਾਰੇ ਦਾ ਹੁਣ ਜਿਹੜੇ ਹੁਣਸ ਹੋ ਗਏ ਤੁਹਾਡੇ, ਜਾਂ ਆਰਟ ਐਂਡ ਕਲਚਰ ਹੋ ਗਿਆ। ਸੋ ਬੇਸਿਕਲੀ ਆ ਦੇਖੋ ਤੁਹਾਡੇ ਸਾਰੇ ਜਿਹੜੇ ਐਸਟਰੋਨੋਮੀ ਹੋ ਗਿਆ ਹੈ, ਮੈਥ੍ਰਿਕਾ ਹੋ ਗਏ। ਸੋ ਇਹ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਤੁਸੀਂ ਮੈਨੂੰ ਮੇਰੀ ਲੈਂਗੁਏਜ ਤੇ ਦੇਖ ਰਹੇ ਆ। ਦੇਖੋ ਉਸ ਤੋਂ ਬਾਅਦ ਤੁਹਾਡੇ ਵਨ ਲਾਈਨਰ ਆ ਗਏ, ਜਿਵੇਂ ਕਿ ਬੈਟਲ ਆਫ ਚੰਦਾਵਰ ਆ ਜਿਹੜੀ, ਜਾਂ ਸਲੇਵ ਡਾਇਨੈਸਟੀ ਹੋ ਗਈ। ਦੇਖੋ ਕੱਲੇ ਕੱਲੇ ਵਨ ਲਾਈਨਰ ਤੁਹਾਨੂੰ ਬਹੁਤ, ਜਾਣੀ ਕਿ ਐਂ ਕਹਿ ਲਓ ਵੀ ਪੂਰੇ ਅਥੈਂਟਿਕ ਵੇ ਦੇ ਨਾਲ ਤੇ ਪੂਰੇ ਤਕੜੇ ਤਰੀਕੇ ਦੇ ਨਾਲ ਸਮਝਾਇਆ ਹੋਇਆ। ਆ ਤੁਗਲਕ ਡਾਇਨੈਸਟੀ ਦੇ ਜਿੰਨੇ ਵੀ ਸਾਰੇ ਫੈਕਟ ਹੈ ਦੇਖੋ ਵਨ ਲਾਈਨਰ ਦੇ ਵਿੱਚ ਤੁਹਾਨੂੰ ਮਿਲਿਆ ਹੋਇਆ। ਯਾਨੀ ਕਿ ਤੁਸੀਂ ਐਂ ਕਹਿ ਲਓ ਵੀ ਕੋਈ ਵੀ ਪੇਪਰ ਦੇ ਵਿੱਚ ਬੈਠੋਗੇ ਤੁਹਾਨੂੰ ਇਹ ਚੀਜ਼ਾਂ ਸਹਾਈ ਹੋਣਗੀਆਂ। ਐਂਡ ਥਿਊਰੀ ਤੋਂ ਬਾਅਦ ਜੇਕਰ ਮੈਂ ਐਂਡ ਦੇ ਵਿੱਚ ਲੈ ਕੇ ਜਾਵਾਂ ਤੁਹਾਨੂੰ ਬੁੱਕ ਦੇ, ਕਿਉਂਕਿ ਐਂ ਦਿਖਾਇਆ ਨਹੀਂ ਜਾਣਾ ਇੰਨਾ ਕੁਛ। ਤੇ ਸਿਮਿਲਰਲੀ ਇਸ ਤੋਂ ਬਾਅਦ ਜੇਕਰ ਤੁਸੀਂ ਜਾਓਗੇ ਐਂਡ ਤੇ ਆਊਗਾ ਹਜੇ, ਠੀਕ ਹੈ। ਤੇ ਇੱਥੇ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਬੇਸਿਕਲੀ ਜਿਹੜੇ MCQ ਵਗੈਰਾ ਮਿਲਣਗੇ। ਆ ਦੇਖੋ MCQ ਵਗੈਰਾ ਤੁਹਾਡੇ ਤਿਆਰ ਆ ਸਾਰੇ। ਬਾਈ ਵਿਚ ਨੇਮ ਵਾਸ ਚਾਣਕਿਆ ਨੋਨ ਇਨ ਹਿਸ ਚਾਈਲਡਹੁੱਡ, ਸਭ ਨੂੰ ਪਤਾ ਹੋਊਗਾ, ਰਾਈਟ। ਸੋ ਦੇਖੋ ਕਿੰਨੇ ਤਕੜੇ ਤਕੜੇ ਕੁਐਸਚਨ ਬਣਾ ਰੱਖਿਆ। ਮੈਚ ਆਫ ਦੀ ਫੋਲੋਇੰਗ ਆ ਗਿਆ। ਇਸ ਤਰੀਕੇ ਦੇ ਨਾਲ ਤੁਹਾਨੂੰ ਜਿਹੜੀ ਆ ਬੁੱਕਾਂ ਪ੍ਰੋਵਾਈਡ ਕੀਤੀ ਜਾਊਗੀ। ਇਹ ਮਾਰਕੀਟ ਦੇ ਵਿੱਚ ਹੌਲੀ ਹੌਲੀ ਅਵੇਲੇਬਲ ਹੋ ਜਾਣਗੀਆਂ, ਪਰ ਸਿਮਿਲਰਲੀ ਤੁਹਾਨੂੰ ਜਿਵੇਂ ਕਿਹਾ ਦੇਖੋ ਕੁਐਸਚਨ ਬਹੁਤ ਤਕੜੇ ਤਕੜੇ ਬਣਾਏ ਹੋਏ ਆ ਮੈਂ ਕੁਐਸਚਨ ਇਹ। ਸੋ ਟਾਈਮ, ਮਿਹਨਤ, ਬਸ ਤੁਸੀਂ ਐਂ ਕਹਿ ਲਓ ਵੀ ਇਸ ਮਿਹਨਤ ਦੇ ਵਿੱਚ ਜੋ ਟਾਈਮ ਲੱਗਿਆ ਹੈਗਾ ਉਹ ਤੁਸੀਂ ਸੋਚ ਹੀ ਨਹੀਂ ਸਕਦੇ। ਕਿੰਨੀਆਂ ਕਿੰਨੀਆਂ ਚੀਜ਼ਾਂ ਇਹਦੇ ਵਿੱਚ ਦੇਖਣੀਆਂ ਪੈਂਦੀਆਂ ਤੇ ਬਹੁਤ ਕੁਛ ਹੁੰਦਾ ਹੈਗਾ। ਕੋਈ ਕਿਸੇ ਲਈ ਵੀ ਕੋਈ ਇੱਕ ਬੁੱਕ ਤਿਆਰ ਕਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਆ। ਸੋ ਇਹ 4 ਬੁੱਕਸ ਜਿਹੜੀਆਂ ਤੁਹਾਡੇ ਸਾਹਮਣੇ ਮੈਂ ਰੂਬਰੂ ਕਰ ਰਿਹਾ ਹੈਗਾ। ਸੋ ਆ ਦੇਖੋ 400 500 600 700 ਕੁਐਸਚਨ ਆ ਸਮਥਿੰਗ। ਸੋ ਬੇਸਿਕਲੀ ਇਹ ਤੁਸੀਂ ਘਰੇ ਬੈਠ ਕੇ ਸੋਲਵ ਕਰ ਸਕਦੇ ਹੋ। ਉਸ ਤੋਂ ਬਾਅਦ ਐਟ ਦਾ ਯਾਨੀ ਕਿ ਤੁਸੀਂ ਐਂਡ ਵਾਲੇ ਪੇਜ ਤੇ ਜਾਓਗੇ ਤਾਂ ਐਂਡ ਵਾਲੇ ਪੇਜ ਤੇ ਜਿਹੜਾ ਹੈਗਾ ਉਹ ਤੁਹਾਨੂੰ ਆ ਦੇਖੋ ਆਨਸਰ ਕੀ ਵੀ ਤੁਹਾਨੂੰ ਮਿਲੂਗੀ। ਸੋ ਇਹ ਬਹੁਤ ਹੀ ਵੱਡੀ ਗੱਲ ਆ। ਤੇ ਬਾਕੀ ਇੱਕ ਹੋਰ ਤੁਹਾਡੇ ਵਾਸਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਮੈਂ ਇਹਨਾਂ ਚੀਜ਼ਾਂ ਨੂੰ ਆਪ ਪਰਸਨਲੀ ਸੋਲਵ ਕਰਵਾਊਂਗਾ, ਕਿਉਂਕਿ ਤੁਸੀਂ ਬੁੱਕਸ ਵਗੈਰਾ ਲੈ ਲੈਂਦੇ ਹੋ ਉਸ ਤੋਂ ਬਾਅਦ ਪੜ੍ਹਦੇ ਨਹੀਂ, ਰਾਈਟ। ਬੁੱਕਸ ਵਗੈਰਾ ਲੈ ਕੇ ਉਸ ਤੋਂ ਬਾਅਦ ਪੜ੍ਹਦੇ ਨਹੀਂ, ਬਟ ਮੈਂ ਇਹਨਾਂ ਨੂੰ ਬੁੱਕਸ ਨੂੰ ਸੋਲਵ ਕਰਵਾਊਂਗਾ। ਤੁਹਾਨੂੰ ਮੈਂ ਆਪ ਕਰਵਾਊਂਗਾ ਕਿ ਇਹਨਾਂ ਨੂੰ ਕਿਵੇਂ ਪੜ੍ਹਨਾ ਗਾ। ਸੇਮ ਫॉर ਇੰਡੀਅਨ ਪੋਲਿਟੀ। ਇੰਡੀਅਨ ਪੋਲਿਟੀ ਜੇਕਰ ਤੁਸੀਂ ਦੇਖੋਗੇ ਤਾਂ ਉਹ ਵੀ ਐਵੇਂ ਹੀ ਆ, ਪਹਿਲਾਂ ਥਿਊਰੀ ਹੈ, ਠੀਕ ਹੈ ਨਾ। ਜਿਵੇਂ ਕਿ ਮਾਸਟਰ ਕੇਡਰ ਵਾਲੇ ਜਵਾਕ ਹੋ ਗਏ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਫਾਇਦਾ ਚੱਕ ਸਕਦੇ ਆ, ਰਾਈਟ। ਜਾਂ ਕੋਈ ਵੀ ਆ ਜਿੱਥੇ ਇੰਡੀਅਨ ਪੋਲਿਟੀ ਆਉਂਦੀ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਹੁਣ ਜੇਲ੍ਹ ਸੁਪਰੀਡੈਂਟੈਂਟ ਦਾ ਪੇਪਰ ਹੈ, ਸੋ ਉਹਦੇ ਵਾਸਤੇ ਤੁਸੀਂ ਫਾਇਦਾ ਚੱਕ ਸਕਦੇ ਹੋ। ਸੋ ਇਹ ਜਨਰਲ ਨੌਲੇਜ ਜਿਹੜੀ ਆਪਣੀ ਕੰਮ ਆਉਂਦੀ ਹੈ, ਯਾਨੀ ਕਿ ਇੰਡੀਅਨ ਪੋਲਿਟੀ, ਇਹ ਵੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦਾ ਦੇਊਗੀ। ਦੇਖੋ ਆ ਥਿਓਰੈਟੀਕਲ ਪੋਰਸ਼ਨ ਆ ਗਿਆ ਤੁਹਾਡਾ। ਸਭ ਤੋਂ ਪਹਿਲਾਂ ਕੈਬਨਿਟ ਮਿਸ਼ਨ ਹੈ, ਉਸ ਤੋਂ ਬਾਅਦ 1946 ਤੋਂ 50 ਦਾ ਜਿਹੜਾ ਟਾਈਮ ਪੀਰੀਅਡ ਰਿਹਾ ਗਾ, ਜਿਹਦੇ ਵਿੱਚ ਆਪਾਂ ਕੌਂਸਟੀਟਿਊਸ਼ਨ ਦਾ ਫਰੇਮ ਤਿਆਰ ਕਰਦੇ ਹਾਂ। ਸੋਰਸਿਸ ਆਫ ਇੰਡੀਅਨ ਕੌਂਸਟੀਟਿਊਸ਼ਨ ਹੋ ਗਿਆ ਤੁਹਾਡਾ, ਹੈ ਪਾਰਟਸ ਹੋ ਗਏ ਤੁਹਾਡੇ। ਉਸ ਤੋਂ ਬਾਅਦ ਬਹੁਤ ਕੁਛ ਆ, ਸ਼ੈਡਿਊਲ ਵਗੈਰਾ ਤੁਹਾਡੇ ਹੋ ਗਏ, ਠੀਕ ਹੈ ਨਾ। ਤੇ ਫੰਡਾਮੈਂਟਲ ਰਾਈਟਸ ਵਗੈਰਾ ਆ ਗਏ। ਤਾਂ ਯਾਨੀ ਕਿ ਜਿਹੜੇ ਆਪਣੇ ਪਾਰਟਸ ਹੁੰਦੇ ਉਹਨਾਂ ਨੂੰ ਥੋੜਾ ਜਿਹਾ ਸੋਲਵ ਕੀਤਾ ਹੋਇਆ। ਦੇਖੋ ਬਹੁਤ ਵਧੀਆ ਢੰਗ ਦੇ ਨਾਲ ਕੰਟੈਂਟ ਤਿਆਰ ਆ। ਤੇ ਉਸ ਤੋਂ ਬਾਅਦ ਜਦੋਂ ਥਿਊਰੀ ਕੰਪਲੀਟ ਹੋ ਗਈ, ਨਾਲ ਦੀ ਨਾਲ ਤੁਹਾਡੇ ਵਾਸਤੇ ਜਿਹੜੇ ਐਂਡ ਦੇ ਵਿੱਚ MCQ ਪਏ ਹੋਣਗੇ, ਉਹਨਾਂ MCQs ਨੂੰ ਤੁਸੀਂ ਸੋਲਵ ਕਰ ਸਕਦੇ ਹੋ, ਰਾਈਟ। ਤੇ ਇਹ ਸਾਰਾ ਕੁਝ ਤੁਹਾਨੂੰ ਮੈਂ ਵੀ ਕਰਵਾਊਂਗਾ ਤੇ ਈ-ਬੁੱਕਸ ਤੁਹਾਨੂੰ ਪ੍ਰੋਵਾਈਡ ਵੀ ਹੋ ਜਾਣਗੀਆਂ ਤੇ ਮਾਰਕੀਟ ਦੇ ਵਿੱਚ ਵੀ ਹੌਲੀ ਹੌਲੀ ਅਵੇਲੇਬਲ ਹੋਣ ਲੱਗ ਜਾਣਗੀਆਂ। ਦੇਖੋ MCQ ਆ ਗਏ, ਇਹਨਾਂ MCQs ਨੂੰ ਸੋਲਵ ਕਰੋ। ਬੁੱਕ ਆਪਣੀ ਤਿਆਰ ਕੀਤੀ ਹੋਈ ਹੈ। ਸੋ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਕੋਈ ਵੀ ਮਿਸਟੇਕ ਆਉਂਦੀ ਹੈ, ਕੋਈ ਵੀ ਕੁਝ ਵੀ, ਹਾਲਾਂਕਿ ਨਹੀਂ ਆਊਗੀ, ਪਰ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਪਰਸਨਲੀ ਤੁਸੀਂ ਮੈਸੇਜ ਕਰਕੇ ਮੈਨੂੰ ਕਦੇ ਵੀ ਪੁੱਛ ਸਕਦੇ ਹੋ। ਸੋ ਮੇਰੀ ਖੁਸ਼ੀ ਹੈ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹੈਗਾ। ਤੇ ਜਿਹੜੀ ਮੈਂ ਆਫਰ ਹੈ ਜਿਹਦੀ ਤੁਸੀਂ ਵੇਟ ਕਰ ਰਹੇ ਹੋ, ਮੈਂ ਆਫਰ ਦੀ ਗੱਲ ਕਰੂੰਗਾ। ਬਸ ਤੁਹਾਡੇ ਨਾਲ ਮੈਂ ਥੋੜੀ ਜਿਹੀ ਬੁੱਕਸ ਦੀ ਝਲਕ ਦਿਖਾਉਣੀ ਸੀ। ਇਸੇ ਤਰੀਕੇ ਦੇ ਨਾਲ ਫਿਜ਼ਿਕਸ ਹੈ, ਕੈਮਿਸਟਰੀ ਹੈ, ਬਾਇਓਲੋਜੀ ਹੈ, ਇਕਨੋਮਿਕਸ ਹੈ, ਕੰਪਿਊਟਰ ਹੈ ਤੁਹਾਡਾ, ਤੇ GK ਹੋ ਗਿਆ। ਇਸੇ ਤਰ੍ਹਾਂ ਨਾਲ ਮੈਥ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿੰਦਾ। ਰੀਜ਼ਨਿੰਗ ਵੀ ਸੇਮ ਹੈ। ਮੈਥ ਜੇਕਰ ਤੁਹਾਨੂੰ ਮੈਂ ਦਿਖਾਵਾਂ, ਕੋਈ ਵੀ ਚੈਪਟਰ ਦੇਖ ਲਓ। ਫੋਰ ਐਗਜ਼ਾਮਪਲ ਆਪਾਂ ਪਹਿਲਾਂ ਹੀ ਦੇਖ ਲੈਂਦੇ ਨੰਬਰ ਸਿਸਟਮ। ਸੋ ਜੇਕਰ ਮੈਂ ਨੰਬਰ ਸਿਸਟਮ ਨੂੰ ਖੋਲਿਆ ਤਾਂ ਨੰਬਰ ਸਿਸਟਮ ਤੁਹਾਡੇ ਸਾਹਮਣੇ ਖੋਲਿਆ ਹੋਊਗਾ ਤੇ ਨੰਬਰ ਸਿਸਟਮ ਓਪਨ ਹੋ ਭਾਈ। ਨੰਬਰ ਸਿਸਟਮ ਆਪਣਾ ਬਣ ਚੁੱਕਿਆ ਜੀ। ਸੋ ਨੰਬਰ ਸਿਸਟਮ ਤੇ ਜੇਕਰ ਆਪਾਂ ਦੇਖੀਏ ਤਾਂ ਆ ਤੁਹਾਡਾ ਆ ਗਿਆ ਰੇਸ ਅਕੈਡਮੀ ਦਾ ਲੋਗੋ। ਦੇਖੋ ਕਵਰ ਪੇਜ ਦੇਖਣਾ, ਆ ਗਿਆ ਰੇਸ ਅਕੈਡਮੀ ਲੋਗੋ, ਠੀਕ ਹੈ। ਜੇਕਰ ਇੱਥੇ ਦੇਖੋਗੇ ਤਾਂ ਆ ਜਿਹੜਾ ਮੇਰੇ ਵੱਲੋਂ ਲਿਖਿਆ ਹੋਇਆ ਤੁਹਾਡੇ ਵਾਸਤੇ ਤੁਸੀਂ ਪੜ੍ਹ ਸਕਦੇ ਹੋ।
ਤੇ ਚਲੋ ਇਸ ਤੋਂ ਬਾਅਦ ਚੈਪਟਰ ਪਹਿਲਾ ਨੰਬਰ ਸਿਸਟਮ ਦੇਖੋ। ਆ ਨੰਬਰ ਸਿਸਟਮ ਹੈ ਜਿਹੜਾ, ਇਹਦੀ ਤੁਹਾਨੂੰ ਪਹਿਲਾਂ ਸਾਰੇ ਇਰੈਸ਼ਨਲ ਨੰਬਰ ਕੀ ਹੁੰਦੇ ਆ, ਹੋਲ ਨੰਬਰ ਕੀ ਹੁੰਦੇ ਆ, ਨੈਚੁਰਲ ਨੰਬਰ ਕੀ ਹੁੰਦੇ ਆ, ਆਡ ਨੰਬਰ ਕੀ ਹੁੰਦੇ ਆ, ਈਵਨ ਨੰਬਰ ਕੀ ਹੁੰਦੇ ਆ, ਫ੍ਰੈਕਸ਼ਨਸ ਵਗੈਰਾ ਕੀ ਹੈ, ਸਾਰਾ ਕੁਝ ਤੁਹਾਨੂੰ ਦੱਸ ਰੱਖਿਆ ਗਿਆ। ਬਹੁਤ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਹੈਗਾ ਉਹ ਪ੍ਰੀਸਾਈਜ਼ ਵੇ ਦੇ ਨਾਲ ਤੁਹਾਨੂੰ ਸਮਝਾ ਰੱਖਿਆ, ਬਹੁਤ ਸਪਸ਼ਟ, ਠੀਕ ਹੈ ਨਾ। ਕਾਊਂਟਿੰਗ ਫਾਰਮੂਲਾਜ਼ ਕੀ ਹੈ, ਉਸ ਤੋਂ ਬਾਅਦ ਸਰਜ ਐਂਡ ਇੰਡੀਸਿਸ ਕੀ ਆ, ਠੀਕ ਹੈ ਨਾ। ਸੋ ਸਭ ਤੋਂ ਅੱਛਾ, ਜਿਹੜੀ ਸਭ ਤੋਂ ਪਿਆਰੀ ਗੱਲ ਇਹਦੀ ਜਿਹੜੀ ਮੈਂ ਇਹਦੇ ਵਿੱਚ ਕੀਤੀ ਆ ਉਹ ਕੀ ਹੈ, ਜਦੋਂ ਐਕਸਰਸਾਈਜ਼ ਜਿਹੜੀ ਆਉਂਦੀ ਹੈ ਨੀਚੇ ਜਿਹੜੇ ਕੁਐਸਚਨ ਆਉਂਦੇ ਆ ਹਨਾ, ਕੁਐਸਚਨਾਂ ਦੇ ਵਿੱਚ ਮੈਂ ਕੀ ਕਰ ਰੱਖਿਆ, ਲੈਵਲ 1 ਲੈਵਲ ਵਾਈਜ਼ ਕੁਐਸਚਨ ਪਾ ਰੱਖਿਆ। ਲੈਵਲ 1 ਦਾ ਮਤਲਬ ਪਹਿਲਾ ਈਜ਼ੀ ਕੁਐਸਚਨ, ਲੈਵਲ 2 ਦਾ ਮਤਲਬ ਥੋੜੇ ਜਿਹੇ ਲੈਵਲ ਦੇ ਕੁਐਸਚਨ। ਜਿਵੇਂ ਕਿ ਆ ਦੇਖੋ, ਆ ਪ੍ਰੈਕਟਿਸ ਐਕਸਰਸਾਈਜ਼ ਲੈਵਲ 1 ਹੈ, ਠੀਕ ਹੈ। ਇਹ ਕੁਝ ਲੈਵਲ 1 ਦੇ ਕੁਐਸਚਨ ਆ ਜਿਹੜੇ ਤੁਸੀਂ ਸੋਲਵ ਕਰ ਸਕਦੇ ਹੋ। ਇਹ ਲੈਵਲ 1 ਦਾ ਮਤਲਬ ਥੋੜੇ ਜਿਹੇ ਸੌਖੇ ਆ, ਤੇ ਉਸ ਤੋਂ ਬਾਅਦ ਲੈਵਲ 2 ਆ ਜਾਊਗਾ, ਠੀਕ ਹੈ। ਲੈਵਲ 2 ਜਿਹੜਾ ਹੈਗਾ ਉਹ ਥੋੜਾ ਜਿਹਾ ਤੁਸੀਂ ਐ ਕਹਿ ਸਕਦੇ ਹੋ ਵੀ ਹਾਈ ਲੈਵਲ ਹੈ, ਜਿਵੇਂ ਕਿ ਆ ਗਿਆ ਪ੍ਰੈਕਟਿਸ ਐਕਸਰਸਾਈਜ਼ ਲੈਵਲ 2, ਰਾਈਟ। ਅੱਛਾ, ਇਸ ਤੋਂ ਬਾਅਦ ਐਟ ਦਾ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਇਹਦੇ ਐਂਡ ਦੇ ਵਿੱਚ ਤੁਹਾਨੂੰ ਸੋਲੂਸ਼ਨ ਵੀ ਪ੍ਰੋਪਰ ਮਿਲਣਗੇ। ਸੋਲੂਸ਼ਨ ਯਾਨੀ ਕਿ ਜਿਹੜੇ ਹੈਗੇ ਉਹ ਸੋਲਵ ਕੀਤੇ ਹੋਏ ਆ। ਦੇਖੋ ਜਿਵੇਂ 7 ਦਾ ਸੀ ਹੈ ਸੋਲਵ ਕੀਤਾ ਹੋਇਆਗਾ, 8 ਦਾ ਡੀ ਹੈ ਸੋਲਵ ਕੀਤਾ ਹੋਇਆ, ਤਾਂ ਕੋਈ ਵੀ ਪ੍ਰੋਬਲਮ ਤੁਹਾਨੂੰ ਨਹੀਂ ਆਊਗੀ, ਠੀਕ ਹੈ ਨਾ। ਬਾਕੀ ਇਹਨਾਂ ਚੀਜ਼ਾਂ ਨੂੰ ਆਪਾਂ ਕਲਾਸਿਸ ਦੇ ਵਿੱਚ ਵੀ ਕਰਾਂਗੇ, ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਨੂੰ ਪੜ੍ਹਾਂਗੇ। ਸੋ ਇਹ ਮੇਰਾ ਮੈਥ ਹੋ ਗਿਆ। ਇਸੇ ਤਰੀਕੇ ਦੇ ਨਾਲ ਮੈਥ ਦੇ ਜਿਹੜੇ ਹੈਗੇ 19 ਚੈਪਟਰ ਹੈ, ਜਿਹਦੇ ਵਿੱਚ ਮੈਂ ਬੈਂਕਿੰਗ ਨੂੰ ਦੇਖਦੇ ਹੋਏ ਵੀ ਲਾਇਆ ਗਾ, ਜਿਵੇਂ ਕਿ ਸੈੱਟ ਥਿਊਰੀ ਹੋ ਗਿਆ ਤੁਹਾਡਾ, ਡਾਟਾ ਇੰਟਰਪ੍ਰੀਟੇਸ਼ਨ ਹੋ ਗਿਆ, ਪ੍ਰੋਬੇਬਿਲਿਟੀ ਹੋ ਗਿਆ, ਪਰਮੂਟੇਸ਼ਨ ਐਂਡ ਕੰਬੀਨੇਸ਼ਨ ਹੋ ਗਿਆ, ਡਾਟਾ ਸਫੀਸ਼ੀਐਂਸੀ ਹੋ ਗਿਆ। ਸੋ ਇਹ ਵੀ ਹੈ ਜਿਹੜਾ ਬੇਸਿਕਲੀ ਇਹਦੇ ਵਿੱਚ ਹੈਗਾ ਆ ਮੈਂਸੂਰੇਸ਼ਨ ਵਗੈਰਾ, ਜਿਓਮੈਟਰੀ ਵਗੈਰਾ, ਅਲਜੈਬਰਾ ਵਗੈਰਾ। ਸੋ ਇਹ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਐਗਜ਼ਾਮ ਦੇ ਵਿੱਚ ਤੁਹਾਨੂੰ ਸਹਾਈ ਹੋਣਗੇ। ਮਾਰਕੀਟ ਦੇ ਵਿੱਚ ਅਵੇਲੇਬਲ ਮੈਂ ਕਰਵਾਊਂਗਾ, ਤੇ ਇਹ ਸਿਮਿਲਰ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਜਿਹੜਾ ਦੱਸ ਰਿਹਾ ਹਾਂਗਾ ਕਿ ਯਾਨੀ ਕਿ ਜਿਹੜਾ ਹੋ ਗਿਆ ਇੰਗਲਿਸ਼ ਦੀ ਵੀ, ਇੰਗਲਿਸ਼ ਦਾ ਤੁਹਾਨੂੰ ਮੈਂ ਇੱਕ ਵਾਰੀ ਦਿਖਾਉਣਾ ਚਾਹਣਾਗਾ, ਇੱਕ ਵਾਰੀ ਬਸ ਜਸਟ ਇੰਗਲਿਸ਼ ਦਾ ਮੈਂ ਤੁਹਾਨੂੰ ਦਿਖਾਉਣਾ ਚਾਹਣਾ। ਲਾਸਟ ਹੈ ਬਸ, ਮੇਰੀ ਖੁਸ਼ੀ ਹੈ ਤੁਹਾਡੇ ਨਾਲ ਸਾਂਝਾ ਕਰਦੇ ਨੂੰ ਮੈਨੂੰ ਖੁਸ਼ੀ ਹੋ ਰਹੀ ਹੈ। ਲਾਸਟ ਮੈਂ ਤੁਹਾਨੂੰ ਦਿਖਾਦਾ ਬਸ ਕਿ ਜਿਹੜਾ ਇੰਗਲਿਸ਼ ਦਾ ਉਹਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਵੋਕੈਬਲਰੀ ਦੇਖੋ, ਵੋਕੈਬਲਰੀ ਹੈ, ਗ੍ਰਾਮਰ ਹੈ, ਰੀਡਿੰਗ ਕੰਪਰੀਹੈਂਸ਼ਨ ਹੈ, ਪੈਰਾ ਜੰਬਲਸ ਹੈ, ਪੈਰਾ ਜਿਹੜਾ ਕੰਪਲੀਸ਼ਨ ਹੁੰਦਾਗਾ, ਕਲੋਜ਼ ਟੈਸਟ ਹੋ ਗਿਆ, ਤੁਹਾਨੂੰ ਅੱਡ ਅੱਡ ਸਾਰੇ ਦੇ ਰੱਖਿਆ, ਬਹੁਤ ਹੀ ਵਧੀਆ। ਯਾਨੀ ਕਿ ਵੋਕੈਬਲਰੀ ਜੇਕਰ ਤੁਸੀਂ ਇੱਥੋਂ ਤਿਆਰ ਕਰ ਜਾਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਹਾਈ ਹੋਊਗਾ ਪੇਪਰਾਂ ਦੇ ਵਿੱਚ, ਰਾਈਟ। ਬਾਕੀ ਮੈਂ ਐਕਸਟਰਾ ਮਟੀਰੀਅਲ ਤੁਹਾਨੂੰ ਦਿੰਦਾ ਰਹੂੰਗਾ, ਮੈਂ ਕਦੇ ਵੀ ਨਹੀਂ ਕਹਿੰਦਾ ਹੁੰਦਾ ਕਿਸੇ ਸਿੰਗਲ ਸੋਰਸ ਦੇ ਨਾਲ ਤੁਸੀਂ ਨਿਰਭਰ ਰਹੋ, ਮੈਂ ਐਕਸਟਰਾ ਤੁਹਾਨੂੰ ਦਿੰਦਾ ਰਹੂੰਗਾ, ਰਾਈਟ। ਸੋ ਆਹ ਇੰਗਲਿਸ਼ ਯੂਨੀਵਰਸ ਹੈ ਤੁਹਾਡਾ, ਠੀਕ ਹੈ। ਸੋ ਇੰਗਲਿਸ਼ ਯੂਨੀਵਰਸ ਜਿਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵੋਕੈਬਲਰੀ ਦਾ ਪੋਰਸ਼ਨ ਮਿਲ ਜੂਗਾ। ਜਿਵੇਂ ਪਹਿਲਾ ਚੈਪਟਰ ਹੈ ਜਿਹੜਾ ਵੋਕੈਬਲਰੀ ਦਾ, ਦੇਖੋ ਇਸ ਤਰੀਕੇ ਦੇ ਨਾਲ ਲੀਥਲ ਕੀ ਹੈ, ਜ਼ਰੇਨ ਕੀ ਹੈ, ਹਨਾ, ਗ੍ਰਿਊਸਮ ਕੀ ਹੈ। ਸੋ ਬੇਸਿਕਲੀ ਇਹ ਸਾਰੇ ਜਿਹੜੇ ਤੁਹਾਡੇ ਵਾਸਤੇ ਸੋ ਬਹੁਤ ਹੀ ਵਧੀਆ, ਤੇ ਐਂਡ ਤੇ ਸੋਲੂਸ਼ਨ ਹੈ। ਵੋਕੈਬਲਰੀ ਜਿੰਨੀ ਮਰਜ਼ੀ ਤੁਸੀਂ ਤਿਆਰ ਕਰੋ, ਮੈਂ ਹੋਰ ਵੀ ਇਹਨਾਂ ਬੁੱਕਸ ਨੂੰ ਹੌਲੀ ਹੌਲੀ ਵਧਾਉਂਦਾ ਰਹੂੰਗਾ, ਕੰਟੈਂਟ ਨੂੰ ਵਧਾਉਂਦਾ ਰਹੂੰਗਾ, ਕਿਉਂਕਿ ਫਸਟ ਕਾਪੀ ਹੈ। ਸੋ ਇਸ ਤਰੀਕੇ ਦੇ ਨਾਲ ਤੁਹਾਡਾ ਮਟੀਰੀਅਲ ਹੈ ਜਿਹੜਾ ਵੱਧਦਾ ਜਾਊਗਾ, ਦਿਨ ਪ੍ਰਤੀ ਦਿਨ ਵੱਧਦਾ ਜਾਊਗਾ, ਰਾਈਟ। ਸਟੇਟਮੈਂਟਾਂ ਦੇ ਵਿੱਚ ਆ ਕੇ ਦੇਖੋ, ਸਟੇਟਮੈਂਟਾਂ ਦੇ ਵਿੱਚ ਹਾਈ ਐਂਡ ਡਰਾਈ ਆ ਗਿਆ, ਸਪਿਲਿੰਗ ਆ ਗਿਆ, ਤੁਹਾਡੇ ਇਹ ਪੁੱਛੇ ਜਾਂਦੇ ਆ, ਠੀਕ ਹੈ ਨਾ। ਇਨ ਦਾ ਗੁੱਡ ਬੁੱਕਸ ਕੀ ਹੁੰਦਾਗਾ, ਬੈਡ ਬਲੱਡ ਕੀ ਹੁੰਦਾਗਾ, ਠੀਕ ਹੈ। ਟੂ ਪਿਕ ਅ ਹੋਲ ਇਨ ਮਾਈ ਕੋਟ ਕੀ ਹੁੰਦਾਗਾ। ਸੋ ਬੇਸਿਕਲੀ ਇਹ ਸਟੇਟਮੈਂਟਸ ਤੁਹਾਨੂੰ ਬਹੁਤ ਜ਼ਿਆਦਾ ਪੁੱਛੇ ਜਾਂਦੇ। ਸਿਮਿਲਰਲੀ ਗ੍ਰਾਮਰ ਹੋ ਗਿਆ, ਕਿਆ ਬਾਤ ਹੈ, ਰਾਈਟ। ਸੋ ਇਹ ਮੇਰੀ ਖੁਸ਼ੀ ਜਿਹੜੀ ਹੈਗੀ ਆ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ। ਸੋ ਇਸ ਖੁਸ਼ੀ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਯਾਨੀ ਕਿ ਤੁਹਾਡੇ ਲਈ ਇੱਕ ਖੁਸ਼ੀ ਲੈ ਕੇ ਆਇਆਗਾ, ਜਿਹੜੀ ਕਿ ਤੁਹਾਨੂੰ ਫਾਇਦਾ ਦੇ ਸਕਦੀ ਹੈ। ਫਾਇਦਾ ਕੀ ਹੈ, ਕਿਉਂਕਿ ਕਾਫੀ ਬੱਚੇ ਜਿਹੜੇ ਉਹ ਡਿਸਕਾਊਂਟ ਦੀ ਆਫਰ ਕਰ ਦਿੰਦੇ। ਸੋ ਮੇਰੇ ਵੱਲੋਂ 50% ਆਫ ਹੈ on my all courses on Race Academy official app। Race Academy official app ਤੇ ਜਿੰਨੇ ਵੀ ਕੋਰਸ ਹੈ ਉਹਨਾਂ ਸਾਰਿਆਂ ਤੇ 50% ਆਫ ਹੈ, ਸਾਰਿਆਂ ਤੇ 50% ਆਫ ਹੈ, ਤੇ ਇਹ ਸਿਰਫ ਅੱਜ ਲਈ ਅਵੇਲ ਹੈ। ਯਾਨੀ ਕਿ ਤੁਸੀਂ ਅੱਜ ਜੇਕਰ ਕੋਈ ਵੀ ਕੋਰਸ ਲੈਣਾ ਤਾਂ 50% ਆਫ ਹੈ। ਤੁਸੀਂ ਜੋ ਮਰਜ਼ੀ ਕੋਰਸ ਲਓ ਉਹਦੇ ਵਿੱਚ ਫਲੈਟ 50% ਤੁਹਾਨੂੰ ਆਫ ਮਿਲੂਗਾ। ਸੋ ਰੇਸ ਅਕੈਡਮੀ ਅਫੀਸ਼ੀਅਲ ਐਪ ਜੇਕਰ ਤੁਸੀਂ ਇੰਸਟਾਲ ਨਹੀਂ ਕੀਤੀ ਤਾਂ ਉਹ ਰੇਸ ਅਕੈਡਮੀ ਅਫੀਸ਼ੀਅਲ ਆਪਣੀ ਐਪ ਇੰਸਟਾਲ ਕਰ ਲਓ। ਲੋਗੋ ਵਗੈਰਾ ਤੁਹਾਨੂੰ ਦਿਖ ਵੀ ਰਿਹਾ ਹੋਊਗਾ, ਉੱਪਰ ਨੰਬਰ ਵੀ ਚੱਲ ਰਿਹਾ ਹੈਗਾ। ਜੇਕਰ ਤੁਹਾਨੂੰ ਕੋਈ ਵੀ ਕੁਐਰੀ ਵਗੈਰਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਸੋ 50% ਆਫ ਔਨ ਆਲ ਕੋਰਸਿਸ। ਸਟੋਰ ਦੇ ਵਿੱਚ ਜਾਣਾਗਾ ਜਦੋਂ ਤੁਸੀਂ ਰੇਸ ਅਕੈਡਮੀ ਇੰਸਟਾਲ ਕਰ ਲਈ। ਸਟੋਰ ਦੇ ਵਿੱਚ ਤੁਹਾਨੂੰ ਕੋਰਸਿਸ ਆ ਜਿਹੜੇ ਦਿਸਣਗੇ, ਜਿਵੇਂ ਕਿ ਕੰਪਲੀਟ ਮੈਥ ਹੋ ਗਿਆ, ਕੰਪਲੀਟ ਪੋਲਿਟੀ ਹੋ ਗਿਆ, ਸਾਈਬਰ ਲਾਅ ਹੋ ਗਿਆ, ਵਾਰਡ ਅਟੈਂਡੈਂਟ ਦਾ ਕੋਰਸ ਸਪੈਸ਼ਲ ਇੱਕ ਚੱਲ ਰਿਹਾ ਹੈਗਾ। ਕੰਬੋ ਪੈਕ ਦੇ ਵਿੱਚ ਕੀ ਆ, ਸਾਰੀਆਂ ਮੇਰੀ ਕਲਾਸਿਸ ਆ ਜਿਹਦੇ ਵਿੱਚ ਪੰਜਾਬ ਜੀਕੇ ਆ, ਕੰਪਲੀਟ ਮੈਥ ਆ ਜਾਂ ਕੰਪਲੀਟ ਪੋਲਿਟੀ ਹੈ, ਉਹ ਕੰਬੋ ਪੈਕ ਦੇ ਵਿੱਚ ਆ। ਜੇਕਰ ਤੁਸੀਂ ਇਕੱਠੀਆਂ ਮੇਰੀ ਕਲਾਸ ਲੈਣਾ ਚਾਹੁੰਦੇ ਹੋ ਉਹ ਹੋਰ ਵੀ ਜ਼ਿਆਦਾ ਸਸਤਾ ਪੈ ਜਾਂਦਾ। ਅਕਾਊਂਟਸ ਹੈ, ਮੈਂਸੂਰੇਸ਼ਨ ਹੋ ਗਿਆ, ਇੰਗਲਿਸ਼ ਹੋ ਗਿਆ, ਰੀਜ਼ਨਿੰਗ ਹੋ ਗਿਆ। ਸੋ ਇਹ 50% ਆਫ ਕੀਤਾ। ਹੁਣ ਕਾਫੀ ਜਾਣੇ ਮੈਨੂੰ ਪਤਾ
ਕਿ ਸਟੂਡੈਂਟਸ ਬੋਲਦੇ ਰਹਿੰਦੇ ਆ ਕਿ ਤੁਸੀਂ ਪੇਡ ਕਰਤਾ, ਤੁਸੀਂ ਲਾਲਚ ਕਰਤਾ, ਤੁਸੀਂ ਫਲਾਨਾ ਕਰਤਾ, ਤੁਸੀਂ ਧੋਖਾ ਕਰਤਾ। ਜਦੋਂ ਬੁੱਕਸ ਵਗੈਰਾ ਬਣਦੀਆਂ ਨਾ ਤਾਂ ਇਹਨਾਂ ਤੇ ਕੋਈ ਡਿਸਕਾਊਂਟ ਸਾਨੂੰ ਨਹੀਂ ਦਿੰਦਾ ਕਿ ਤੁਸੀਂ ਫ੍ਰੀ ਪੜ੍ਹਾ ਰਹੇ ਹੋ ਤੇ ਤੁਸੀਂ ਬੁੱਕਸ ਫ੍ਰੀ ਦੇ ਵਿੱਚ ਬਣਾ ਲਓ, ਠੀਕ ਆ। ਬਲੀਵ ਮੀ, ਇਹਨਾਂ ਬੁੱਕਸ ਨੂੰ ਬਣਾਉਣ ਦੇ ਵਿੱਚ ਜਿੰਨਾ ਖਰਚਾ ਆਉਂਦਾ ਗਾ ਉਹ ਤੁਸੀਂ ਸੋਚ ਨਹੀਂ ਸਕਦੇ। ਜੇ ਸੋਚ ਸਕਦੇ ਹੋ ਤਾਂ ਫਿਰ ਤੁਹਾਨੂੰ ਇਹ ਜਿਹੜੇ ਡਿਸਕਾਊਂਟ ਆ ਇਹ ਠੀਕ ਲੱਗਣਗੇ, ਕੋਈ ਜ਼ਿਆਦਾ ਔਖੇ ਨਹੀਂ ਲੱਗਣੇ, ਰਾਈਟ। ਸੋ ਮੇਰੇ ਹਿਸਾਬ ਨਾਲ ਤੁਸੀਂ ਮੇਰੀਆਂ ਜਿਹੜੀਆਂ ਇਨਫੋਰਮੇਸ਼ਨ ਨੂੰ ਬਹੁਤ ਵਧੀਆ ਢੰਗ ਦੇ ਨਾਲ ਸੁਣਦੇ ਹੋ ਐਂਡ ਜਿੰਨਾ ਮੈਂ ਪੜ੍ਹਾ ਰੱਖਿਆ ਆਸ-ਪਾਸ ਜਾਂ ਜਿੰਨੇ ਵੀ ਮੈਂ ਕੰਟੈਂਟ ਆਪਣੇ ਦਿੰਦਾ ਗਾ ਉਹ ਬਹੁਤ ਜ਼ਿਆਦਾ ਅਫੀਸ਼ੀਅਲ ਹੁੰਦੇ ਆ, ਬਹੁਤ ਜ਼ਿਆਦਾ ਅਥੈਂਟਿਕ ਹੁੰਦੇ ਐਂਡ ਬਹੁਤ ਜ਼ਿਆਦਾ ਆਸਾਨ ਹੁੰਦੇ ਆ, ਲੌਂਗ ਟਰਮ, ਯਾਨੀ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਹੋ ਤੇ ਮੇਰੇ ਹਿਸਾਬ ਨਾਲ ਮੇਰੀ ਮਿਹਨਤ ਆ ਜਿਹੜੀ ਉਹ ਰਾਸ ਆਉਂਦੀ ਹੈ। ਤੇ ਕਾਫੀ ਸਟੂਡੈਂਟਸ ਜਿਹੜੇ ਮੇਰੇ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਹੈ। ਸੋ ਜੇਕਰ ਕੋਈ ਨਵਾਂ ਸਟੂਡੈਂਟ ਦੇਖ ਰਿਹਾ ਹੈਗਾ ਤਾਂ ਉਹ ਜਾ ਕੇ ਰੇਸ ਅਕੈਡਮੀ ਅਫੀਸ਼ੀਅਲ ਐਪ ਤੇ ਇੱਕ ਵਾਰੀ ਸਟੋਰ ਦੇ ਵਿੱਚ ਜਾਵੇ ਤੇ ਬਾਕੀ ਤੁਹਾਨੂੰ ਆਫਰਸ ਵਗੈਰਾ ਜਿਹੜੀਆਂ ਉੱਥੇ ਹੋਰ ਵੀ ਮਿਲਦੀਆਂ ਰਹਿਣਗੀਆਂ ਟਾਈਮ ਟੂ ਟਾਈਮ। ਇਹ ਨਹੀਂ ਹੈਗਾ ਕਿ ਸਿਰਫ ਅੱਜ ਦੀ ਆਫਰ ਹੈ, ਇਹ ਅੱਜ ਦੀ ਆਫਰ 50% ਹਰੇਕ ਕੋਰਸ ਤੇ ਆ, ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਆਫਰਸ ਵਗੈਰਾ ਮਿਲਦੀਆਂ ਰਹਿਣਗੀਆਂ। ਸੋ ਮੇਰੇ ਹਿਸਾਬ ਨਾਲ ਤੁਸੀਂ ਮੈਨੂੰ ਸ਼ੁਭ ਕਾਮਨਾ ਦੇ ਸਕਦੇ ਹੋ ਮੇਰੀਆਂ ਬੁੱਕਸ ਦੀਆਂ। ਤੇ ਬਾਕੀ ਇਹ ਬੁੱਕਸ ਆ ਜਿਹੜੀਆਂ ਤੁਹਾਨੂੰ ਰੇਸ ਅਕੈਡਮੀ ਅਫੀਸ਼ੀਅਲ ਐਪ ਤੇ ਜਲਦੀ ਹੀ ਅਵੇਲੇਬਲ ਹੋ ਜਾਣਗੇ। ਜੇਕਰ ਤੁਸੀਂ ਇਹਨਾਂ ਬੁੱਕਸ ਨੂੰ ਵੀ ਲੈਣਾ ਚਾਹੋਗੇ ਈ ਬੁੱਕ ਦੀ ਫਾਰਮ ਦੇ ਵਿੱਚ ਤਾਂ ਤੁਸੀਂ ਲੈ ਸਕਦੇ ਹੋ, ਰੇਸ ਅਕੈਡਮੀ ਅਫੀਸ਼ੀਅਲ ਤੇ ਤੁਹਾਨੂੰ ਅਵੇਲੇਬਲ ਹੋ ਜਾਣਗੇ। ਬਾਕੀ ਕੋਈ ਵੀ ਜਾਣਕਾਰੀ ਚਾਹੀਦੀ ਉੱਪਰ ਨੰਬਰ ਚੱਲਦਾ ਹੈਗਾ, ਮੈਨੂੰ ਮੈਸੇਜ ਕਦੇ ਵੀ ਕਰਕੇ ਪੁੱਛ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਬਾਏ ਬਾਏ, ਟੇਕ ਕੇਅਰ, ਤੇ ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ ਜੀ। ਧੰਨਵਾਦ, ਥੈਂਕ ਯੂ। ਤੇ ਇਸੇ ਤਰ੍ਹਾਂ ਨਾਲ ਸਪੋਰਟ ਕਰਦੇ ਰਹੋ ਤਾਂ ਕਿ ਮੈਂ ਹੋਰ ਬਹੁਤ ਸਾਰੀਆਂ ਬੁੱਕਸ ਬਣਾਵਾਂ, ਜਿਵੇਂ ਕਿ ਪੰਜਾਬ ਜੀਕੇ ਤੇ ਮੈਂ ਇੱਕ ਬੁੱਕ ਬਣਾਉਣੀ ਹੈ। ਮੇਰਾ ਟਾਰਗੇਟ ਹੈ ਕਿ ਪੰਜਾਬ ਜੀਕੇ ਦੀ, ਜਿਹਦੇ ਵਿੱਚ ਪੰਜਾਬ ਹਿਸਟਰੀ ਦੀ ਅੱਡ ਬਣਾਉਂਗਾ, ਪੰਜਾਬ ਜੀਓਗ੍ਰਾਫੀ ਦੀ ਅੱਡ ਬਣਾਉਂਗਾ, ਪੰਜਾਬ ਇਕਨੋਮਿਕਸ ਦੀ ਅੱਡ ਬਣਾਉਂਗਾ, ਪੰਜਾਬ ਪੋਲਿਟੀ ਦੀ ਅੱਡ ਬਣਾਉਂਗਾ। ਸੋ ਬੇਸਿਕਲੀ ਮੇਰਾ ਬਹੁਤ ਜ਼ਿਆਦਾ ਟਾਰਗੇਟ ਆ, ਮੈਂ ਹੋਰ ਵੀ ਬੁੱਕਸ ਲੈ ਕੇ ਆਊਂਗਾ। ਫਿਲਹਾਲ ਮੈਂ 4 ਬੁੱਕਸ ਆ ਜਿਹੜੀਆਂ ਆਪਣੀਆਂ ਉਹ ਉਤਾਰੂੰਗਾ ਮਾਰਕੀਟ ਦੇ ਵਿੱਚ, ਜਾਂ ਤੁਹਾਨੂੰ ਦਿਖ ਰਿਹਾ ਹੈਗਾ। ਸੋ ਇਸ ਤੋਂ ਬਾਅਦ ਹੋਰ ਵੀ ਕਾਫੀ ਸਾਰੀਆਂ ਮੇਰੀਆਂ ਬੁੱਕਸ ਆਉਣਗੀਆਂ। ਸੋ ਥੈਂਕ ਯੂ ਸੋ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਬਾਏ ਬਾਏ, ਟੇਕ ਕੇਅਰ, ਤੇ ਜਲਦੀ ਤੋਂ ਜਲਦੀ ਕੋਰਸਿਸ ਦੇ ਵਿੱਚ ਇਨਰੋਲ ਕਰ ਲਓ। ਥੈਂਕ ਯੂ ਸੋ ਮਚ।